ਧੰਨ ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ जो हमारी बिद होती मेरे सतगुरा साबिद तुम हर जाना हो आपे हम रुलते फिरते कोई बात ना पूछता गुर सतगुर संग कीरे हम थापे धन धन गुरु नानक जन केरा जित मिलिया चुके सब सोग संतापे। परम सन्मान योग जुगहो जुग अटल चवर छतर तख्तां दे मालक वालिए कुल आलम शब्दा अवतार ਸਰਬ ਸਾਂਝੀ ਵਾਲਤਾ ਦੇ ਰਹਿਬਰ ਗਰੀਬ ਨਵਾਜ ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਗੁਰਮਤ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਪਰ ਇੱਕ ਗੱਲ ਜੋ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ, ਮੈਂ ਵੀ ਦੁਹਰਾ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੈ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਆਪ ਜੀ ਨੂੰ ਗੁਰਮੁਖ ਪਿਆਰਿਆਂ ਦੇ ਵੱਲੋਂ ਦੱਸਿਆ ਸੁਣਾਇਆ ਜਾ ਰਿਹਾ ਹੈ। ਪਰ ਉਸ ਦੇ ਬਾਵਜੂਦ ਵੀ ਜੋ ਸੰਗਤ ਦਾ ਧਿਆਨ ਹੈ ਉਹ ਗੁਰੂ ਸ਼ਬਦ ਵਿੱਚ ਨਾ ਹੋ ਕਰਕੇ, ਗੁਰੂ ਚਰਨਾਂ ਵਿੱਚ ਨਾ ਹੋ ਕਰਕੇ ਤੇ ਦੁਨਿਆਵੀ ਗੱਲਾਂ ਦੇ ਵਿੱਚ ਸਾਨੂੰ ਬਹੁਤਾ ਨਜ਼ਰ ਆਉਂਦਾ ਹੈ। ਦੇਖੋ, ਇਹ ਬੜੇ ਭਾਗਾਂ ਦਾ ਵਿਸ਼ਾ ਹੋਇਆ ਕਰਦਾ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੋ ਕੁਛ ਤੁਸੀਂ ਆਪਣੇ ਜੀਵਨ ਵਿੱਚ ਚਾਹੁੰਦੇ ਹੋ ਨਾ, ਮੰਗਦੇ ਹੋ, ਜਿਸ ਦੀ ਤੁਸੀਂ ਚਾਹਨਾ ਰੱਖਦੇ ਹੋ ਤੇ ਜਿਸ ਦੇ ਨਾ ਹੋਣ ਕਰਕੇ ਤੁਹਾਡਾ ਮਨ ਉਦਾਸ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਉਹ ਸਾਰੀਆਂ ਬਖਸ਼ਿਸ਼ਾਂ ਦੇ ਮਾਲਕ ਗੁਰੂ ਸਾਹਿਬ ਹਨ। ਉਹ ਸਾਰੀਆਂ ਦਾਤਾਂ ਸਾਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਹੀ ਪ੍ਰਾਪਤ ਹੋਣੀਆਂ ਹਨ। ਬੜੇ ਭਾਗਾਂ ਦਾ ਵਿਸ਼ਾ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉਸ ਦੇ ਨਾਲ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੋੜਾ ਸਾਹਿਬ ਜੋ ਹੈ ਉਸ ਦੇ ਵੀ ਦਰਸ਼ਨ ਸੰਗਤਾਂ ਜੋ ਹੈ ਉਹ ਪਰਸ ਰਹੀਆਂ ਹਨ। ਇਹ ਪਾਵਨ ਜੋੜਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚੋਂ ਸਿੱਖ ਸੰਗਤਾਂ ਨੂੰ ਪ੍ਰਾਪਤ ਹੋਇਆ ਤੇ ਜਿਸ ਦੀ ਛੋਹ ਦੇ ਨਾਲ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹਨ। ਝੱਲ ਜੋ ਹੈ ਮਨੁੱਖ ਦਾ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਉਹ ਪਾਤਰ ਬਣਦਾ ਹੈ ਜਿਸ ਨੂੰ ਇਹ ਜੋੜਾ ਛੂਹ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜਿਨ੍ਹਾਂ ਦੇ ਪਾਵਨ ਅਸਥਾਨ ਦੇ ਉੱਤੇ ਅਸੀਂ ਅੱਜ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਦੇ ਨਵੇਂ ਮਹੱਲਾਂ ਦੀ, ਨਵੇਂ ਮੰਦਰਾਂ ਦੀ ਸ਼ੁਰੂਆਤ ਹੋਣੀ ਹੈ, ਜਿਸ ਦੇ ਤੁਸੀਂ ਸਾਖੀ ਹੋਣਾ ਹੈ, ਜਿਸ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਨੀ ਹੈ। ਇੱਕ ਇਤਿਹਾਸਕ ਦਿਹਾੜਾ ਹੈ, ਇੱਕ ਇਤਿਹਾਸ ਵਿੱਚ ਲਿਖਿਆ ਜਾਏਗਾ। ਇਹ ਦਿਨ ਅੱਜ ਦਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਕੀਤਾ ਜਾਏਗਾ। ਇੱਥੇ ਗੁਰੂ ਸਾਹਿਬ ਜੀ ਦੀਆਂ ਨਵੀਆਂ ਇਮਾਰਤਾਂ ਦੀ ਬੁਨਿਆਦ ਰੱਖੀ ਜਾਣੀ ਹੈ, ਜਿਸ ਦੇ ਤੁਸੀਂ ਸਾਖੀ ਹੋਣ ਜਾ ਰਹੇ ਹੋ। ਸੋ ਜਿੰਨਾ ਵੀ ਸਮਾਂ ਸਾਨੂੰ ਸਤ ਸੰਗਤ ਦਾ ਪ੍ਰਾਪਤ ਹੋਇਆ ਕਰਦਾ ਹੈ, ਅਸੀਂ ਗੁਰੂ ਚਰਨਾਂ ਵਿੱਚ ਧਿਆਨ ਰੱਖਣਾ ਹੈ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਦੇ ਵਾਸਤੇ, ਮਨ ਦੇ ਟਿਕਾਅ ਦੇ ਵਾਸਤੇ ਅਨੇਕਾਂ ਯਤਨ ਕੀਤੇ,
ਪਰ ਮਨ ਟਿਕਿਆ ਨਹੀਂ ਹੈ, ਕਿਉਂਕਿ ਮਨ ਬੜਾ ਚੰਚਲ ਹੈ। ਇਹ ਜਿਹੜਾ ਮਨ ਹੈ ਨਾ ਸਾਡੇ ਅੰਦਰ, ਇਹ ਬੜਾ ਚੰਚਲ ਹੈ, ਬੜਾ ਚਤੁਰ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਕਬਹੂ ਜੀਅਰਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਪਾਤਸ਼ਾਹ ਕਹਿੰਦੇ ਮਨ ਸਾਡਾ ਟਿਕਦਾ ਨਹੀਂ ਹੈ। ਪਰਮੇਸ਼ਰ ਦੀ ਬਿਨਾ ਕਿਰਪਾ ਤੋਂ ਬਿਨਾ ਇਹ ਵਸ ਵਿੱਚ ਨਹੀਂ ਆਉਂਦਾ, ਤੇ ਜਿੰਨਾ ਚਿਰ ਵਸ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਗੱਲ ਬਣੇਗੀ ਨਹੀਂ, ਉਹਨਾਂ ਚਿਰ ਜੀਵਨ ਸੁਖੀ ਨਹੀਂ ਹੋ ਸਕਦਾ, ਆਨੰਦਮਈ ਨਹੀਂ ਹੋ ਸਕਦਾ। ਸੋ ਮਨ ਦੇ ਟਿਕਾਅ ਵਾਸਤੇ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਸ਼ਬਦਾਂ ਦੀ ਸਾਂਝ ਪਾਈ ਸੀ। ਸਾਡੇ 3 ਭੋਜਨ ਹਨ, ਇੱਕ ਮਨ ਦਾ, ਇੱਕ ਤਨ ਦਾ ਤੇ ਇੱਕ ਆਤਮਾ ਦਾ। ਮਨ ਦੀ ਖੁਰਾਕ ਅਨਾਜ ਹੈ, ਅੰਨ ਹੈ। ਤਨ ਦੀ ਖੁਰਾਕ ਅਨਾਜ ਹੈ, ਮਨ ਦੀ ਖੁਰਾਕ ਵਿਚਾਰ ਹੈ। ਪਰਮੇਸ਼ਰ ਸਾਡੀ ਆਤਮਾ ਦੀ ਖੁਰਾਕ ਹੈ। ਜਿੰਨਾ ਵੀ ਮਰਜ਼ੀ ਤੁਸੀਂ ਚੰਗੇ ਤੋਂ ਚੰਗਾ ਭੋਜਨ ਕਰ ਲਵੋ, ਪਰ ਮਨ ਕਦੇ ਤ੍ਰਿਪਤ ਨਹੀਂ ਹੋਵੇਗਾ, ਕਿਉਂਕਿ ਮਨ ਦੀ ਖੁਰਾਕ ਭੋਜਨ ਨਹੀਂ ਹੈ। ਮਨ ਕਦੋਂ ਤ੍ਰਿਪਤ ਹੋਵੇਗਾ? ਜਦੋਂ ਚੰਗੇ ਵਿਚਾਰ ਦੇ ਨਾਲ ਜੁੜੇਗਾ, ਚੰਗੀ ਸਿੱਖਿਆ ਦੇ ਨਾਲ ਜੁੜੇਗਾ। ਜਦੋਂ ਤੱਕ ਮਨ ਚੰਗੀ ਸਿੱਖਿਆ ਦੇ ਨਾਲ ਨਹੀਂ ਜੁੜਦਾ, ਮਨ ਟਿਕ ਨਹੀਂ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਤੋਂ ਵੱਡੀ ਸਿੱਖਿਆ ਸੰਸਾਰ ਵਿੱਚ ਕੋਈ ਦੂਸਰੀ ਨਹੀਂ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅੱਜ ਮੈਨੂੰ ਸਤਿਗੁਰਾਂ ਦੀ ਪ੍ਰਾਪਤੀ ਹੋ ਗਈ ਤੇ ਮੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ ਹੈ, ਜੀਵਨ ਆਨੰਦਮਈ ਹੋ ਗਿਆ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਰਥ ਯਾਤਰਾ ਤੇ ਜਾਇਆ ਕਰਦੇ ਤੇ ਇੱਕ ਵਾਰੀ ਉਹਨਾਂ ਦੀ ਵੈਸ਼ਨਵ ਸਾਧ ਦੇ ਨਾਲ ਮੁਲਾਕਾਤ ਹੋਈ। ਦੇਖੋ ਅੱਜ ਅਸੀਂ ਗੁਰੂ ਨੂੰ, ਗੁਰੂ ਦੀ ਪ੍ਰਾਪਤੀ ਨੂੰ ਲੈ ਕੇ ਮਨ ਦੇ ਵਿੱਚ ਉਹਨੇ ਸੰਵੇਦਨਸ਼ੀਲ ਨਹੀਂ ਰਹਿੰਦੇ। ਗੁਰੂ ਵੱਲੋਂ ਅਸੀਂ ਨਿਰਾਸ਼ਤਾ ਧਾਰਨ ਕਰ ਲੈਂਦੇ ਹਾਂ, ਉਦਾਸੀਨ ਹੋ ਜਾਂਦੇ ਹਾਂ। ਇਸੇ ਕਰਕੇ ਸਾਨੂੰ ਸੰਗਤ ਵਿੱਚ ਬੈਠਣ ਦਾ, ਸੁਣਨ ਦਾ ਚੱਜ ਨਹੀਂ ਆਉਂਦਾ। ਤੇ ਉਸ ਵੈਸ਼ਨਵ ਦੇ ਨਾਲ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਾਰਤਾ ਹੋਈ, ਘਰ ਦੇ ਵਿੱਚ ਲੈ ਗਏ, ਬਾਸਰ ਕੇ ਲੈ ਗਏ ਤੇ ਉਸ ਨੂੰ ਅੰਨ ਪਾਣੀ ਛਕਾਇਆ, ਉਸ ਦੀ ਸੇਵਾ ਕੀਤੀ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਬਾਤ ਬਾਤ ਮਹਿ ਬਾਰਤਾ ਬੋਲਿਓ ਬ੍ਰਹਮਚਾਰੀ, ਗੁਰੂ ਤੁਹਾਰੋ ਕੌਣ ਹੈ ਕਿਨ ਦੀਖਿਆ ਧਾਰੀ। ਕਿਹੇ ਅਮਰਦਾਸ, ਤੇਰੀਆਂ ਗੱਲਾਂ ਤੇ ਬੜੀਆਂ ਚੰਗੀਆਂ ਹਨ, ਤੂੰ ਸੇਵਾ ਵੀ ਬਹੁਤ ਕੀਤੀ ਹੈ, ਬਹੁਤ ਚੰਗਾ ਪ੍ਰਸ਼ਾਦਾ ਪਾਣੀ ਛਕਾਇਆ ਹੈ, ਪਰ ਤੇਰਾ ਗੁਰੂ ਕੌਣ ਹੈ? ਤੂੰ ਕਿਸ ਨੂੰ ਗੁਰੂ ਧਾਰਨ ਕੀਤਾ ਹੈ? ਬਾਤ ਬਾਤ ਮਹਿ ਬਾਰਤਾ ਬੋਲਿਓ ਬ੍ਰਹਮਚਾਰੀ, ਗੁਰੂ ਤੁਹਾਰੋ ਕੌਣ ਹੈ ਕਿਨ ਦੀਖਿਆ ਧਾਰੀ। ਕਿਸ ਦੀ ਦੀਕਸ਼ਾ ਲਈ ਹੈ, ਕਿਸ ਦੀ ਸਿੱਖਿਆ ਲਈ ਹੈ? ਕੋਈ ਗੁਰੂ ਤੇਰਾ ਹੈ? ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੋਂ ਕਹਿਣ ਲੱਗੇ, ਨਹਿ ਦੀਖਿਆ ਕਿਸ ਕੀ ਲਈ, ਮੈਂ ਕਰੀ ਨਾ ਸੇਵਾ, ਅਬ ਲਗ ਬਾਂਛਤ ਹਉ ਹਿਰਦੈ ਧਾਰੋ ਗੁਰਦੇਵਾ। ਵੀ ਮੇਰੀ 60 ਸਾਲ ਦੇ ਕਰੀਬ ਉਮਰ ਹੋਣ ਨੂੰ ਆਈ ਹੈ, ਪਰ ਮੈਂ ਅੱਜ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ। ਯਾਤਰਾਵਾਂ ਤੇ ਬਹੁਤ ਕੀਤੀਆਂ, ਤੀਰਥ ਯਾਤਰਾ ਤੇ ਬਹੁਤ ਕੀਤੀ ਹੈ, ਹੋਰ ਕੰਮ ਬਹੁਤ ਕੀਤੇ ਹਨ, ਨੇਕ ਕੰਮ ਬਹੁਤ ਕੀਤੇ ਹਨ, ਪੁੰਨ ਦਾਨ ਬਹੁਤ ਕੀਤੇ ਹਨ, ਲੇਕਿਨ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ, ਕਿਉਂਕਿ ਕੋਈ ਪੂਰਾ ਗੁਰੂ ਮਿਲਿਆ ਹੀ ਨਹੀਂ ਹੈ, ਕੋਈ ਪੂਰਾ ਗੁਰੂ ਮਿਲਿਆ ਨਹੀਂ ਹੈ। ਨਹਿ ਦੀਖਿਆ ਕਿਸ ਕੀ ਲਈ, ਮੈਂ ਕਰੀ ਨਾ ਸੇਵਾ, ਅਬ ਲਗ ਬਾਂਛਤ ਹਉ ਹਿਰਦੈ ਧਾਰੋ ਗੁਰਦੇਵਾ। ਤੇ ਜਦੋਂ ਇੰਨੀ ਗੱਲ ਉਸ ਯੋਗੀ ਨੇ, ਉਸ ਸਨਾਤਨੀ ਨੇ, ਉਸ ਸੰਨਿਆਸੀ ਨੇ ਸੁਣੀ ਤੇ ਇੱਕਦਮ ਖੜਾ ਹੋ ਗਿਆ, ਉੱਠ ਪਿਆ, ਕਹਿਣ ਲੱਗਾ, ਨਿਗੁਰੇ ਕਾ ਸੰਗ ਭਇਓ ਕੀਓ ਖਾਨ ਰਪਾਨਾ, ਪੁੰਨ ਦਾਨ ਸਗਲੇ ਗਏ ਮੋਹ ਚਿੰਤ ਮਹਾਨਾ। ਵੀ ਮੈਂ ਇੱਕ ਨਿਗੁਰੇ ਦੇ ਘਰ ਦਾ ਪਾਣੀ ਪੀ ਲਿਆ, ਅੰਨ ਖਾ ਲਿਆ ਹੈ, ਮੇਰਾ ਸਾਰਾ ਪੁੰਨ ਦਾਨ ਤੀਰਥ ਯਾਤਰਾ ਕੀਤੀ ਹੋਈ ਵਿਅਰਥ ਚਲੀ ਗਈ ਹੈ। ਨਿਗੁਰੇ ਕਾ ਸੰਗ ਭਇਓ, ਜਿਹਦਾ ਕੋਈ ਗੁਰੂ ਨਾ ਹੋਵੇ, ਜਿਹਦਾ ਕੋਈ ਉਪਦੇਸ਼ਕ ਨਾ ਹੋਵੇ, ਉਹ ਕਹਿੰਦਾ ਐਸੇ ਬੰਦੇ ਦਾ, ਧਰਮੀ ਬੰਦਾ ਕਦੇ ਨਿਗੁਰੇ ਦਾ ਸੰਗ ਨਹੀਂ ਕਰਦਾ। ਅੱਜ ਤੇ ਸਮਾਜ ਦੇ ਵਿੱਚ ਅਸੀਂ ਇਹਨਾਂ ਗੱਲਾਂ ਦੀ ਮਰਿਆਦਾ ਨੂੰ ਛੱਡ ਦਿੱਤਾ ਹੈ, ਪਰ ਜੋ ਧਾਰਮਿਕ ਮਨੁੱਖ ਹੈ, ਜੋ ਜਿਗਿਆਸੂ ਹੈ, ਜੋ ਪਰਮੇਸ਼ਰ ਦੇ ਮਾਰਗ ਦਾ ਪਾਂਧੀ ਹੈ,
ਉਹ ਨਿਗੁਰੇ ਦਾ ਸੰਗ ਨਹੀਂ ਕਰਦਾ, ਗੁਰੇਜ਼ ਕਰਦਾ ਹੈ ਮਾੜੇ ਬੰਦੇ ਦਾ ਨਿਗੁਰੇ ਦਾ ਸੰਗ ਕਰਨ ਤੋਂ। ਕਿਉਂਕਿ ਜੈਸੀ ਸੰਗਤ ਤੈਸੀ ਰੰਗਤ, ਸੰਗਤ ਦਾ ਰੰਗ ਚੜ ਜਾਂਦਾ ਹੈ ਮਨ ਦੇ ਉੱਤੇ। ਸੋ ਕਹਿਣ ਲੱਗਾ ਨਿਗੁਰੇ ਕਾ ਸੰਗ ਭਇਓ ਕਿਉ ਖਾਨ ਰੁਪਾਨਾ, ਪੁੰਨ ਦਾਨ ਸਗਲੇ ਗਏ ਮੋਹ ਚਿੰਤ ਮਹਾਨਾ। ਤੇ ਉੱਠ ਕੇ ਚਲਾ ਗਿਆ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੋ ਕਈ ਦਿਨਾਂ ਤੋਂ ਮਨ ਦੇ ਵਿੱਚ ਆਤੁਰ ਸਨ ਵੀ ਕੋਈ ਪੂਰਾ ਗੁਰੂ ਮਿਲੇ, ਮਨ ਦੇ ਵਿੱਚ ਅਰਦਾਸਾਂ ਕਰਦੇ, ਬੇਨਤੀਆਂ ਕਰਦੇ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜਿਓ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਘਰ ਦੇ ਵਿੱਚ ਮਾਂਜਾ ਝਾੜੂ ਬੌਕਰ ਫੇਰ ਰਹੇ ਸਨ ਤੇ ਨਾਲ ਨਾਲ ਬਾਣੀ ਪੜ੍ਹ ਰਹੇ ਸਨ। ਅੱਜ ਸਾਡੀਆਂ ਮਾਤਾਵਾਂ ਭੈਣਾਂ, ਉਹਨਾਂ ਨੂੰ ਕਿੰਨੀ ਕੁ ਬਾਣੀ ਯਾਦ ਹੈ? ਕੋਈ ਜਪਜੀ ਸਾਹਿਬ, ਕੋਈ ਵਿਰਲਾ ਹੀ ਹੈ ਜੋ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ, ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਵੇ, ਜਾਂ ਕੋਈ ਬਾਣੀ ਦਾ ਪਾਠ ਕਰਦਾ ਹੋਵੇ। ਜ਼ਿਆਦਾਤਰ ਅਸੀਂ ਸਵੇਰ ਤੋਂ ਸ਼ਾਮ ਤੱਕ ਹੋਰਨਾਂ ਕੰਮਾਂ ਕਾਰਾਂ ਦੇ ਵਿੱਚ ਹੀ ਲੰਘਾ ਦਿੰਦੇ ਹਾਂ। ਤੇ ਬੀਬੀ ਅਮਰੋ ਜੀ ਜਦੋਂ ਬਾਣੀ ਪੜ੍ਹ ਰਹੇ ਸਨ ਨਾ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ ਤਉ ਗੁਣ ਨਾਹੀ, ਅੰਤ ਹਰੇ ਚਿਤ ਚੇਤਸ ਨਾਹੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰੈਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਮੁਸ ਮੁਸ ਚੋਗ ਚੁਗਹ ਨਿਤ ਫਸ ਹੈ, ਛੂਟ ਸਮੂੜੇ ਕਵਣ ਗੁਣੀ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਮੁਖ ਦੇਵੈ, ਤਉ ਨਾਨਕ ਤਿਸਟਸ ਦੇਹਾ। ਜਦੋਂ ਇਹ ਵਾਰਤਾ, ਇਹ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੁਣਿਆ ਤੇ ਮਨ ਦੇ ਵਿੱਚ ਇੱਕ ਖਿੱਚ ਪਈ, ਕਿਉਂਕਿ ਜੇ ਇਸ ਸ਼ਬਦ ਦੀ ਵਿਚਾਰ ਅਸੀਂ ਕਰ ਲਈਏ ਨਾ, ਤੇ ਸਾਡੇ ਜੀਵਨ ਦਾ ਸ਼ੀਸ਼ਾ ਕਰਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ, ਸਾਡੇ ਜੀਵਨ ਦਾ ਸ਼ੀਸ਼ਾ ਕਰਕੇ ਰੱਖ ਦਿੱਤਾ ਹੈ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਕਦੇ ਸਮਾਂ ਮਿਲੇ ਨਾ ਤੇ ਇਸ ਸ਼ਬਦ ਦੀ ਵਿਚਾਰ ਕਰ ਲਿਓ ਕਿ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਕੀ ਉਪਦੇਸ਼ ਕੀਤਾ ਹੈ। ਤੇ ਜੇ ਇਸ ਸ਼ਬਦ ਦੀ ਵਿਚਾਰ ਤੁਸੀਂ ਕਰ ਲੈਂਦੇ ਹੋ, ਸੁਣ ਲੈਂਦੇ ਹੋ, ਤੇ ਸਾਡਾ ਮਨ ਬਹੁਤ ਹੱਦ ਤੱਕ ਜੋ ਹੈ ਉਹ ਵੈਰਾਗੀ ਹੋ ਜਾਂਦਾ ਹੈ, ਨਿਰੰਕਾਰ ਦੇ ਵੱਲ ਨੂੰ ਤੁਰ ਪੈਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਇਹ ਸ਼ਬਦ ਸੁਣਿਆ ਤੇ ਮਨ ਵਿੱਚ ਵੈਰਾਗ ਆਇਆ, ਕਿਉਂਕਿ ਗੁਰੂ ਦੀ ਬਾਣੀ ਹੀ ਐਸੀ ਹੈ, ਗੁਰੂ ਦਾ ਉਪਦੇਸ਼ ਹੀ ਐਸਾ ਹੈ, ਸਾਡੇ ਮਨ ਦੇ ਉੱਤੇ ਸਿੱਧੀ ਚੋਟ ਕਰਦਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛਿਆ, ਇਹ ਕਿਸ ਦੇ ਬਚਨ ਹਨ, ਕਿਸ ਦੇ ਬੋਲ ਹਨ? ਤੇ ਬੀਬੀ ਅਮਰੋ ਜੀ ਨੇ ਦੱਸਿਆ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਉਹਨਾਂ ਦੀ ਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿਖੇ ਅੱਜ ਸੁਭਾਏਮਾਨ ਹਨ। ਤੇ ਫਿਰ ਬਾਸਰਕੇ ਤੋਂ ਚੱਲ ਕੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਜੋ ਰਿਸ਼ਤੇ ਦੇ ਵਿੱਚ ਤੇ ਭਾਵੇਂ ਕੁੜਮਾਚਾਰੀ ਹੈ, ਪਰ ਉਹਨਾਂ ਨੇ ਕੁੜਮਾਚਾਰੀ ਨੂੰ ਨਹੀਂ ਦੇਖਿਆ, ਉਹਨਾਂ ਨੇ ਆਪਣੇ ਜੀਵਨ ਦੀ ਤੜਪ ਨੂੰ ਦੇਖਿਆ ਹੈ, ਆਪਣੀ ਇੱਛਾ ਨੂੰ, ਜੋ ਉਹਨਾਂ ਦੇ ਅੰਦਰ ਜਾਗਰਤ ਹੋ ਚੁੱਕੀ ਸੀ ਕਿ ਪ੍ਰਮਾਤਮਾ ਨੂੰ ਪਾਉਣਾ ਹੈ, ਗੁਰੂ ਤੋਂ ਸਿੱਖਿਆ ਲੈ ਕਰਕੇ ਮੈਂ ਆਪਣੇ ਜੀਵਨ ਦੀ ਕਲਿਆਣ ਕਰਨੀ ਹੈ। ਸੋ ਇਸ ਕਰਕੇ ਇਹ ਵਿਦਿਆਲਿਆ, ਗੁਰਮਤ ਦਾ ਵਿਦਿਆਲਿਆ, ਇੱਥੇ ਮਹਾਂਪੁਰਖਾਂ ਦੇ ਅਸੀਸ ਸਦਕਾ, ਗੁਰਮੁਖਾਂ ਦੀ ਅਸੀਸ ਸਦਕਾ, ਸਹਿਯੋਗ ਸਦਕਾ ਆਪ ਜੀ ਦੇ ਇਲਾਕੇ ਦੇ ਵਿੱਚ ਚੱਲਦਾ ਹੈ। ਸੋ ਜਿੰਨੇ ਵੀ ਆਲੇ ਦੁਆਲੇ ਤੁਸੀਂ ਵੱਸਦੇ ਹੋ, ਯਤਨ ਕਰਿਆ ਕਰੋ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਸਕੀਏ, ਗੁਰਮਤ ਨਾਲ ਜੋੜ ਸਕੀਏ, ਗੁਰੂ ਬਾਣੀ ਨਾਲ ਜੋੜ ਸਕੀਏ, ਤਾਂ ਕਿ ਸਾਡੇ ਜੀਵਨ ਦੇ ਅੰਦਰ ਵੀ ਗੁਰੂ ਸ਼ਬਦ ਦਾ ਪ੍ਰਕਾਸ਼ ਹੋਵੇ ਤੇ ਸਾਡੇ ਜੀਵਨ ਦੇ ਅੰਦਰ ਵੀ ਖੁਸ਼ੀ ਆਵੇ, ਉਹ ਆਨੰਦ ਆਵੇ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜੋ ਕੁਛ ਅਸੀਂ ਮੰਗਦੇ ਹਾਂ ਨਾ ਗੁਰੂ ਤੋਂ, ਉਹ ਗੁਰੂ ਸਾਨੂੰ ਸਭ ਕੁਝ ਦੇਵਣ ਦੇ ਵਿੱਚ ਸਮਰੱਥ ਹੈ। ਸੋ ਸਤਿਗੁਰੂ ਕਿਰਪਾ ਕਰਨ, ਵੱਡੇ ਭਾਗ ਹਨ ਇਸ ਇਤਿਹਾਸਕ ਦਿਹਾੜੇ ਦੇ ਤੁਸੀਂ ਸਾਖੀ ਬਣ ਰਹੇ ਹੋ। ਨਵੇਂ ਗੁਰੂ ਸਾਹਿਬ ਜੀ ਦੇ ਹਰਮੰਦਰਾਂ ਦੀਆਂ ਅੱਜ ਇਮਾਰਤਾਂ ਦੀ ਸ਼ੁਰੂਆਤ ਹੋਣੀ ਹੈ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਤਨ ਮਨ ਧਨ ਕਰਕੇ
सहयोग करो ਗਿਆਨੀ ਵਰਿਆਮ ਸਿੰਘ ਜੀ ਦਾ, ਜੋ ਬੜਾ ਵੱਡਾ ਉਦਮ ਉਪਰਾਲਾ ਲੈ ਕੇ ਚੱਲ ਰਹੇ ਹਨ। ਆਈਆਂ ਹੋਈਆਂ ਸਮੂਹ ਸਾਧ ਸੰਗਤ ਜੀ ਦਾ, ਵਿਦਵਾਨ ਮਹਾਂਪੁਰਖ ਇੱਥੇ ਸਾਡੇ ਦਰਮਿਆਨ ਪੁੱਜੇ ਹਨ, ਜਥੇਦਾਰ ਸਹਿਬਾਨ ਪੁੱਜੇ ਹਨ। ਆਏ ਹੋਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੀਓ ਆਇਆ ਸਾਡੇ ਵਿਚਕਾਰ ਕਰਨਾਲ ਤੋਂ ਖਾਸ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਾਡੇ ਸਤਿਕਾਰਯੋਗ ਬੀਬੀ ਅਨੁਰਾਧਾ ਭਾਰਗਵ ਜੀ ਆਏ ਹਨ, ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਪ੍ਰਸਾਰ ਦੀ ਮੁਹਿੰਮ ਨੂੰ ਲੈ ਕੇ ਚੱਲ ਰਹੇ ਹਨ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ, ਅਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।